ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, 16 ਜੂਨ ਦਾ ਦਿਨ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਿਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਨ ਸੀ। 408 ਸਾਲ ਪਹਿਲਾਂ 1608 ਈਸਵੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਸੱਚ, ਹੱਕ, ਇਨਸਾਫ ਦੀ ਖਾਤਰ ਡੇਰਾ ਸਾਹਿਬ ਲਾਹੌਰ ਦੇ ਮੁਕਾਮ ਵਿਖੇ ਸ਼ਹਾਦਤ ਪਾਈ ਸੀ। ਆਪ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹਨ। ਇਸ ਸ਼ਹੀਦੀ ਰਸਤੇ ਤੇ ਚੱਲਦਿਆਂ ਸਿੱਖ ਕੌਮ ਨੇ ਇਹਨਾਂ 4 ਸਦੀਆਂ ਵਿੱਚ ਬੇਅੰਤ ਸ਼ਹਾਦਤਾਂ ਦੇ ਕੇ ਸਰਬੱਤ ਦੇ ਭਲੇ ਵਾਲੇ ਇਸ ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਹੈ। 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ। ਦੂਰ ਦੂਰ ਤੋਂ ਸਿੱਖ ਸੰਗਤਾਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੱਥਾ ਭੇਜਣ ਤੋਂ ਇਸ ਲਈ ਆਪਣਾ ਇਨਕਾਰ ਕਰ ਦਿੱਤਾ ਕਿਉਂਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੂਲ ਨਾਨਕਸ਼ਾਹੀ ਕੈਲੰਡਰ 2003 ਅਨੁਸਾਰ 16 ਜੂਨ ਨੂੰ ਹੀ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ ਸੀ। ਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਇੱਕ ਸਿੱਖਾਂ ਦਾ ਵੱਡਾ ਜੱਥਾ ਲੈ ਕੇ ਲਾਹੌਰ ਵਿੱਚ ਸ਼ਹੀਦੀ ਦੀਵਾਨ ਮਨਾਉਣ ਲਈ ਪਹੁੰਚੇ। ਦੁਨੀਆ ਦੇ ਹੋਰ ਹਿੱਸਿਆਂ ਤੋਂ ਵੀ ਸਿੱਖਾਂ ਨੇ ਬੜੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ। ਵਿਊਅਰਸ, ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਅਤੇ ਨਾਨਕਸ਼ਾਹੀ ਕੈਲੰਡਰ ਸੰਬੰਧੀ ਚੱਲ ਰਹੀ ਵਿਚਾਰ ਚਰਚਾ ਨੂੰ ਅੱਗੇ ਤੋਰਦਿਆਂ ਅੱਜ ਅਸੀਂ 2 ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਦਿੱਲੀ ਤੋਂ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ 16 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਮਨਾਏ ਗਏ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਸੰਬੰਧੀ ਸਿੱਖ ਸੰਗਤਾਂ ਨੂੰ ਜਾਣਕਾਰੀ ਦਿਓ। ਦੇਖੋ, ਗੱਲ ਹੈ ਜੀ ਕਿ ਮੈਂ ਇਹ ਪਹਿਲੀ ਵਾਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ਤੇ ਗਿਆ ਸੀ ਲਾਹੌਰ। ਉਸ ਤਰ੍ਹਾਂ ਬਹੁਤ ਵਾਰ ਜਾਂਦਾ, ਪਰ ਇਸ ਤਰ੍ਹਾਂ ਇਕੱਠ ਵੇਖ ਕੇ ਮਨ ਨੂੰ ਬੜੀ ਤਸੱਲੀ ਵੀ ਹੋਈ, ਖੁਸ਼ੀ ਵੀ ਹੋਈ। ਹਾਂਜੀ, ਬਈ ਅੱਜ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਤੇ ਸਿੱਖ ਸੰਗਤਾਂ ਦੂਰ ਦਰਾਡੇ ਤੋਂ, ਦੇਸ਼ ਵਿਦੇਸ਼ ਤੋਂ ਤੇ ਉਹਨਾਂ ਨੂੰ ਅਕੀਦਾ ਤੇ ਸਰਦਾ ਭੇਟ ਕਰਨ ਆ ਰਹੀਆਂ। ਹਾਂਜੀ, ਉੱਥੇ ਫਿਰ ਮੈਂ ਪੁੱਛਿਆ ਵੀ, ਕਹਿੰਦੇ ਨੇ ਜੀ ਇਹ ਪਹਿਲੀ ਵਾਰ ਨਾਲੋਂ ਇੱਥੇ ਅੱਜ ਇਕੱਠ ਜਿਹੜਾ ਹੈਗਾ ਬਹੁਤ ਜ਼ਿਆਦਾ ਹੈਗਾ ਜੀ। ਔਰ ਅੰਦਰ ਬਾਹਰ ਸਭ ਸਿੱਖ ਸੰਗਤਾਂ ਇਤਨੀ ਜ਼ਬਰਦਸਤ ਗਰਮੀ ਸੀ, ਸ਼ਾਇਦ 46 ਡਿਗਰੀ ਟੈਂਪਰੇਚਰ ਵਿੱਚ ਵੀ ਬੈਠੀਆਂ ਹੋਈਆਂ ਸਨ ਜੀ। ਖੁੱਲੇ ਲੰਗਰ ਚੱਲ ਰਹੇ ਸਨ, ਛਬੀਲਾਂ ਲੱਗੀਆਂ ਹੋਈਆਂ ਸਨ। ਹਾਂਜੀ। ਔਰ ਉਹਦਾ ਨਾਂ ਕੀ ਸੰਗਤਾਂ ਸੇਵਾ ਕਰ ਰਹੀਆਂ ਸਨ ਜੀ। ਔਰ ਸਵੇਰੇ ਅੰਮ੍ਰਿਤ ਵੇਲੇ ਤੋਂ ਆਸ਼ਾ ਦੀ ਵਾਰ ਦਾ ਕੀਰਤਨ ਤੋਂ ਬਾਅਦ ਪਾਠ ਦੇ ਭੋਗ ਪਾਏ, ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਸਨ। ਤਕਰੀਬਨ 9:35 ਦੇ ਉੱਤੇ ਅਰਦਾਸ ਹੋ ਕੇ ਸਮਾਪਤੀ ਹੋਈ ਸੀ ਜੀ। ਉਸ ਤੋਂ ਬਾਅਦ ਦੀਵਾਨ ਸਜਿਆ ਸੀ, ਜਿਹਦੇ ਵਿੱਚ ਜਿਹੜੀਆਂ ਵੀ ਸ਼ਖਸੀਅਤਾਂ ਆਈਆਂ ਸਨ ਪਾਕਿਸਤਾਨ ਤੋਂ, ਉਹਨਾਂ ਨੇ ਸਾਰੇ ਜਾਂ ਹਿੰਦੁਸਤਾਨ ਤੋਂ, ਉਹਨਾਂ ਨੇ ਆਪਣੇ ਵਿਚਾਰ ਰੱਖੇ ਸਨ ਜੀ। ਤੇ ਇਸ ਤਰ੍ਹਾਂ ਤਕਰੀਬਨ 11 ਵਜੇ, 11:15 ਵਜੇ ਨਾਲ ਸੰਪੂਰਨ ਸਮਾਪਤੀ ਜਿਹੜੀ ਸੀ ਪ੍ਰਸਾਦ ਵੰਡ ਕੇ ਹੋ ਗਈ ਸੀ ਜੀ। ਜੀ। ਤੇ ਭਾਈ ਸਾਹਿਬ, ਅਸੀਂ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਇਸ ਇਕੱਠ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਅਕਤੂਬਰ ਤੱਕ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਦੇ ਸੰਬੰਧੀ ਕੋਈ ਠੋਸ ਫੈਸਲਾ ਨਾ ਲਿੱਤਾ ਤਾਂ ਨਵੰਬਰ ਦੇ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਦੁਨੀਆ ਭਰ ਦੇ ਸਿੱਖਾਂ ਦਾ ਇੱਕ ਇਕੱਠ ਸੱਦਿਆ ਜਾਵੇਗਾ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਤਾਂ ਹੈਗੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਔਰ ਬਾਦਲ ਸਾਹਿਬ ਤੇ ਉਹਨਾਂ ਦੇ ਪੁੱਤਰ ਵੱਲੋਂ ਬਹੁਤ ਦਬਾਅ ਪਾਇਆ ਗਿਆ ਸੀ ਪਾਕਿਸਤਾਨ ਸਰਕਾਰ ਦੇ ਉੱਤੇ। ਹਾਂਜੀ। ਸੂਬਾ ਸਰਕਾਰ ਤੇ ਵੀ ਤੇ ਸੈਂਟਰ ਦੀ ਸਰਕਾਰ ਤੇ ਵੀ ਕਿ ਇਹ ਜਿਹੜਾ ਸ਼ਹੀਦੀ ਪੁਰਬ ਹੈ ਇਹ ਉਹਨਾਂ ਦੇ ਕਹਿਣ ਦੇ ਉੱਤੇ ਮਨਾਇਆ ਜਾਵੇ। ਹਾਂਜੀ। ਕਿਉਂਕਿ ਤਕਰੀਬਨ ਕਾਫੀ ਦੇਰ ਪਹਿਲਾਂ ਉਹਨਾਂ ਨੇ ਫਾਰਮ ਮਿਨਿਸਟਰ ਨੂੰ ਚਿੱਠੀ ਲਿਖੀ ਸੀ ਬਈ ਜਿਹੜਾ ਜੱਥਾ ਹੈਗਾ ਇਸ ਵਾਰ 22 ਮਈ ਤੋਂ ਲੈ ਕੇ 22 ਮਈ ਜਾਏਗਾ ਔਰ 2 ਜੂਨ ਦੀ ਵਾਪਸੀ ਹੋਏਗੀ ਜੀ। ਜਦ ਕਿ ਇਹ ਇਨਫੋਰਮੇਸ਼ਨ ਜਿਹੜੀ ਹੈਗੀ, ਕਿਉਂਕਿ ਇਹ ਅਕਾਫ ਬੋਰਡ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਮਨਾਉਂਦੀ ਹੈ ਜਿਹੜੇ ਪੁਰਬ, ਉਹ ਆਪਣਾ ਪ੍ਰੋਗਰਾਮ ਭੇਜਦੇ ਨੇ ਜੀ। ਉਹ ਸਾਨੂੰ ਤਕਰੀਬਨ ਮਹੀਨਾ 1.5 ਮਹੀਨਾ ਪਹਿਲਾਂ ਪ੍ਰੋਗਰਾਮ ਭੇਜ ਦਿੰਦੇ ਨੇ, ਇਸ ਦਿਨ ਜੱਥਾ ਆਏਗਾ ਔਰ ਇਸ ਦਿਨ ਵਾਪਸ ਜਾਏਗਾ ਔਰ ਇਸ ਜਗ੍ਹਾ ਦੇ ਉੱਤੇ ਫਲਾਣੀ ਫਲਾਣੀ ਜਗ੍ਹਾ ਜਾਏਗਾ ਜੀ। ਸਾਨੂੰ ਸਮਝ ਨਹੀਂ ਆਈ ਬਈ ਪ੍ਰੋਗਰਾਮ ਭੇਜਣਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਅਕਾਫ ਬੋਰਡ ਨੇ, ਤੇ ਸ਼੍ਰੋਮਣੀ ਕਮੇਟੀ ਪਹਿਲੇ ਹੀ ਉਹਨਾਂ ਨੂੰ ਇਹ ਲਿਖ ਕੇ ਭੇਜ ਰਹੀ ਹੈ। ਹਾਂਜੀ। ਜਿਹਦੇ ਕਰਕੇ ਯਾਤਰੂਆਂ ਨੂੰ ਹਿੰਦੁਸਤਾਨ ਚ ਗਏ ਯਾਤਰਾ ਨੂੰ ਬੜੀ ਦਿੱਕਤ ਹੋਈ। ਸਾਰੇ ਅਟਾਰੀ ਪਹੁੰਚ ਗਏ
अटारी तो 150 किलोमीटर वापस जी बाई रोड सरहद हैगी उत्थे पहुंचे। उतो फिर जो वाघा स्टेशन ते गए जिस बड़ी परेशानी हुई। तो मैं सुना असी धर्मादियां संगतां ने जिन्हां ने किसी चीज तसीहे चाहते हुए ये सारा काम सिरे चढ़ाया जी। दूसरी गल मैं ये कहना चाहता कि गुरपुरब तो चलो तुसी मनाते रहते हो, सारा साल मनाते हैं। हाँ जी। पर मैं एक गल नहीं समझ आ रही कि ये प्रेशर क्यों पा रहे हैं, इन्होंने प्रेशर क्यों पाया। पिछली बार भी ਜਿਹੜਾ ਇਹਨਾਂ ਨੇ ਵੀਜ਼ਾ ਦਿੱਤਾ ਸੀ 12 ਜੂਨ ਦਾ ਸੀ ਤੇ ਉਹਨਾਂ ਨੇ ਜਿਹੜਾ ਵੀਜ਼ਾ ਦਿੱਤਾ ਸੀ ਉਸ ਦੇ ਮੁਤਾਬਕ ਹੀ ਗਏ ਸਨ। ਪਿਛਲੇ ਸਾਲ ਉਹਨਾਂ ਦੇ ਮੁਤਾਬਕ ਤੁਸੀਂ ਗਏ ਹੋ ਜੀ, ਉਹ ਪਾਕ ਸੀ ਤੇ ਇਸ ਵਾਰ ਪਵਿੱਤਰ ਕਿਵੇਂ ਪਲੀਤ ਕਿਵੇਂ ਹੋ ਗਿਆ। ਹਾਂਜੀ। ਤੀਸਰੀ ਗੱਲ ਮੈਂ ਕਹਿਣਾ ਚਾਹੁੰਦਾ ਵਾਂ ਬਈ ਸੰਸਾਰ ਭਰ ਦੇ ਸਿੱਖਾਂ ਦੇ ਵਿੱਚ ਤੁਸੀਂ ਠੀਕ ਹੈ ਸ਼੍ਰੋਮਣੀ ਕਮੇਟੀ ਬਣਾ ਰਹੀ ਹੈ। ਹਾਂਜੀ। 2 ਸਾਲ ਪਹਿਲੇ ਅਸੀਂ ਮਨਾਉਂਦੇ ਸਾਂ, ਸੰਗਤਾਂ ਹਾਜ਼ਰੀ ਭਰ ਗਈਆਂ ਸਨ, ਅਸੀਂ ਮੂਲ ਨਾਨਕ ਸ਼ਾਹੀ ਕੰਡੋਗਤ ਮਨਾਉਂਦੇ ਰਹੇ ਹਾਂ ਜੀ। ਇਹਦੇ ਵਿੱਚ ਮੈਨੂੰ ਇਹ ਨਹੀਂ ਸਮਝ ਆਈ ਜ਼ਬਰਦਸਤੀ ਕਰਨ ਦੀ ਕੀ ਲੋੜ ਹੈ ਜੀ। ਤੁਸੀਂ ਜ਼ਬਰਦਸਤੀ ਕਿਉਂ ਕੀਤੀ ਜਦ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਆਪ ਬਿਆਨ ਸੀ ਵੀ ਸੰਗਤਾਂ ਜਦ ਚਾਹਣ ਗੁਰਪੁਰਬ ਮਨਾ ਸਕਦੀਆਂ ਨੇ, ਉਹ ਮਨਾਉਂਦੀਆਂ ਵੀ ਰਹਿੰਦੀਆਂ ਨੇ। ਹਾਂਜੀ। ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਜਾ ਕੇ ਉੱਥੇ ਬੈਠਣਾ ਕਰਨਾ, ਪਹਿਲੇ ਦਿੱਲੀ ਕਮੇਟੀ ਦਾ ਜੱਥਾ ਭੇਜਿਆ, ਫਿਰ ਆਪ ਚਲੇ ਗਏ ਔਰ ਆਪ ਜਾ ਕੇ ਉੱਥੇ ਨਾ ਕਿ ਕਾਫ ਬੋਰਡ ਵਾਲਿਆਂ ਨੂੰ ਦੱਸੇ ਬਗੈਰ ਚਲੇ ਗਏ, ਉੱਥੇ ਸਾਰਿਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜੀ ਔਰ ਜਿਸ ਨੂੰ ਮੁਸ਼ੀਨਾ ਕਰਨਾ ਪਿਆ ਇਹਨਾਂ ਨੇ ਫੈਸਲਾ ਲੈ ਲਿਆ। ਹਾਂਜੀ ਜੀ। ਮੈਂ ਇਹ ਪੁੱਛਣਾ ਚਾਹੁੰਦਾ ਵਾਂ ਵੀ ਜਿਹੜੀ ਗੱਲ ਮੈਂ ਉੱਥੇ ਕਹੀ ਹੈ, ਮੈਂ ਕਿਹਾ ਜੀ ਪਹਿਲੀ ਗੱਲ ਤਾਂ ਇਹ ਮੈਨੂੰ ਦੱਸੋ ਕੀ ਸਿੱਖ ਤਸੱਵਰ ਕਰ ਸਕਦਾ ਹੈ ਕਿ ਬਗੈਰ ਗੁਰੂ ਦੇ ਹੋ ਰਿਹਾ ਹੋਵੇ। ਹਾਂਜੀ। ਮੈਨੂੰ ਕੋਈ ਦਿਹਾੜਾ ਦੱਸ ਦਿਓ ਗੁਰੂ ਨਾਨਕ ਸਾਹਿਬ ਤੋਂ ਬਾਅਦ ਅੱਜ ਤੱਕ ਜੀ ਤਕਰੀਬਨ 500 ਤੇ 40-45 ਸਾਲ ਹੋਣ 45 ਸਾਲ ਹੋਣ ਦੇ ਜੀ ਬਗੈਰ ਸਿੱਖ ਦੇ ਗੁਰੂ ਰਿਹਾ ਹੈ ਜੀ। ਸ਼ਹਾਦਤ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ 5 ਦਿਨ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗਏ ਨੇ। ਹਾਂਜੀ। ਹੁਣ ਇਹ ਕੀ ਕਰਦੇ ਪਏ ਨੇ, ਕੋਈ ਇਸ ਤਰ੍ਹਾਂ ਲੰਮਾ ਸਮਾਂ ਨਹੀਂ ਕਿ ਮੈਂ ਤੁਹਾਨੂੰ ਸਾਰਾ ਦੱਸਾਂ। 11 ਜੂਨ ਨੂੰ ਇਹ ਗੁਰਤਾ ਗੱਦੀ ਬਣਾ ਰਹੇ, 1 ਤਰੀਕ ਨੂੰ ਇਹ ਸ਼ਹੀਦੀ ਪੁਰਬ ਬਣਾ ਰਹੇ ਨੇ। ਹਾਂਜੀ। ਇਹ 11 ਦਿਨ ਦਾ ਗੈਪ ਕਿਵੇਂ। ਉਹ ਛੋਟੇ ਹੋਣਿਆ ਕਹਿੰਦੇ ਸਨ ਮਾਸਟਰ ਹੈ ਬਈ ਨਕਲ ਬਾਈ ਅਕਲ, ਬਈ ਤੁਸੀਂ ਕੁਝ ਕਰਨ ਗਏ ਉਹਦੀ ਅਕਲ ਨਾਲ ਕਰ ਲਵੋ ਜੀ। ਜਾਂ ਤਾਂ ਕਹਿ ਦਿੰਦੇ ਜੀ ਇਹ ਫਲਾਣੀ ਤਰੀਕ ਇਹ ਹੋਏਗਾ ਇਹ ਹੋਏਗਾ ਜੀ। ਉਹ ਗੁਰਪੁਰਬ ਐਜ਼ ਇਟ ਇਜ਼ ਹੈ ਨਾਨਕ ਸ਼ਾਹੀ ਕੈਲੰਡਰ। ਹੁਣ ਬਦਲਦੇ ਤੇ ਕਹਿਣਗੇ ਜੀ ਸਾਰਾ ਬਦਲਣਾ ਪੈਣਾ, ਇਸ ਵਾਸਤੇ ਉੱਥੋਂ ਹਟਦੇ ਨਹੀਂ ਪਏ ਜੀ। ਇਸ ਵਾਸਤੇ ਆਪਣੀ ਗਲਤੀ ਨੂੰ ਸੁਧਾਰਨ ਦੇ ਵਿੱਚ ਅਗਰ ਇਨਸਾਨ ਨੂੰ ਪਤਾ ਲੱਗ ਰਿਹਾ ਮੇਰੇ ਚੱਲਣ ਨਾਲ ਸਾਹਮਣੇ ਖਾਈ ਹੈ, ਖਾਈ ਚ ਡਿੱਗ ਕੇ ਆਪਣੇ ਹੱਥ ਨਾਲ ਪਿੱਟੇ ਉਸਨੂੰ ਠੀਕ ਕਰੇ। ਇਹਨਾਂ ਨੂੰ ਚਾਹੀਦਾ ਹੈ ਵੀ ਇਹ ਠੀਕ ਕਰਨ। ਔਰ ਮੈਂ ਸਮਝਦਾ ਕਿ ਇਸ ਵਾਰ ਪਾਕਿਸਤਾਨ ਦੇ ਸਿੱਖਾਂ ਨੇ ਇਹ ਜਿਹੜਾ ਫੈਸਲਾ ਲਿਆ ਵੇ ਇਹ ਬਹੁਤ ਵਧੀਆ ਫੈਸਲਾ ਲਿਆ ਹੈ ਔਰ ਕਹਿ ਰਹੇ ਵੀ ਇਹ ਸਾਡਾ ਹੱਕ ਹੈਗਾ, ਅਸੀਂ ਗੁਰੂ ਬਣਾ ਰਹੇ ਹਾਂ ਔਰ ਅਸੀਂ ਗੁਰਪੁਰਬ ਉਹ ਬਣਾ ਰਹੇ ਹਾਂ ਜਿਹੜਾ ਕਿ ਸੰਸਾਰ ਭਰ ਦੇ ਸਿੱਖਾਂ ਨੇ ਅਕਾਲ ਤਖਤ ਸਾਹਿਬ ਤੋਂ 2003 ਦੇ ਵਿੱਚ ਨਾਨਕ ਸ਼ਾਹੀ ਕੈਲੰਡਰ ਜਾਰੀ ਕੀਤਾ। ਅਸੀਂ ਉਸੇ ਹਿਸਾਬ ਦੇ ਮਨਾ ਰਹੇ ਹਾਂ ਔਰ ਜਦ ਤੱਕ ਸਮੁੱਚਾ ਪੰਥ ਫੈਸਲਾ ਨਹੀਂ ਕਰ ਲੈਂਦਾ ਇਹਦੇ ਉੱਤੇ ਅਮਲ ਇਹਦੇ ਉੱਤੇ ਇੱਕ ਸੁਰਤਾ ਨਹੀਂ ਲਿਆ ਦੇਣਾ ਤਦ ਤੱਕ ਅਸੀਂ ਮੂਲ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਪੁਰਬ ਔਰ ਦਿਹਾੜੇ ਮਨਾਉਂਦੇ ਰਵਾਂਗੇ ਜੀ। ਬਿਲਕੁਲ। ਮੈਂ ਸਮਝਦਾ ਵਾਂ ਕਿ ਸ਼੍ਰੋਮਣੀ ਕਮੇਟੀ ਨੂੰ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੂੰ ਇਸ ਦੇ ਉੱਤੇ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਜੀ। ਔਰ ਇਹ ਜਿਹੜਾ ਫੈਸਲਾ ਉਹਨਾਂ ਨੇ ਲਿਆ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਤਨੀਆਂ ਵੀ ਗੁਰਦੁਆਰੇ ਹਨ, ਪ੍ਰਬੰਧਕ ਹਨ, ਬੁੱਧੀਜੀਵੀ ਹਨ ਅਮਰੀਕਾ ਔਰ ਕੈਨੇਡਾ ਦੇ ਵਿੱਚ, ਉਹਨਾਂ ਸਾਰਿਆਂ ਨੂੰ ਇਸ ਬਾਰੇ ਆਪਣੀ ਤਿਆਰੀ ਵੀ ਕਰ ਲੈਣੀ ਚਾਹੀਦੀ ਹੈ ਜੀ। ਔਰ ਮੈਨੂੰ ਉਮੀਦ ਆਲਪੁਰ ਮੈਂ ਅਰਦਾਸ ਤੇ ਕਰਦਾ ਵਾਂ ਕਿ ਗੁਰੂ ਮਹਾਰਾਜ ਇਹਨਾਂ ਨੂੰ ਸਮਤ ਬਖਸ਼ੇ ਤੇ ਇਹ ਫੈਸਲਾ ਲੈਵਣ, ਇਹ ਜਿਹੜੀ ਦੁਬਿਧਾ ਹੈ ਖਤਮ ਕਰਨ। ਪਰ ਨਹੀਂ ਹੈਗਾ ਤਾਂ ਬਹੁਤ ਸਾਰੀਆਂ ਸੰਗਤਾਂ ਨੇ ਹੁਣ ਆ ਕੇ ਗੁਰੂ ਨਾਨਕ ਸਾਹਿਬ ਦੇ ਪੁਰਬ ਦੇ ਨੇੜੇ ਜਿਹੜੀ ਵੀ ਉਹ ਤਰੀਕ ਰੱਖਣ ਉੱਤੇ ਆ ਕੇ ਤਾਂ ਕਿ ਸਮੁੱਚਾ ਪੰਥ ਦੇ ਬਾਰੇ ਖੁੱਲਾ ਵਿਚਾਰ ਕਰਕੇ ਕਿਸੇ ਜਿੱਦ ਕਰਕੇ ਨਹੀਂ ਖੁੱਲੀ ਵਿਚਾਰ ਕਰਕੇ ਫੈਸਲੇ ਦੇ ਉੱਤੇ ਅਪਣਿਆ ਜਾਵੇ।
ਜੀ ਬਿਲਕੁਲ ਤੇ ਵੀਰ ਜੀ, ਜਿਸ ਤਰ੍ਹਾਂ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੰਨਾ ਪ੍ਰੈਸ਼ਰ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਫਿਰ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਉੱਥੋਂ ਸੇ ਪ੍ਰੈਸ਼ਰ ਸੀਗਾ, ਜਿਸ ਤਰ੍ਹਾਂ ਬਾਰ-ਬਾਰ ਮੀਟਿੰਗਾਂ ਕਰ ਰਹੇ ਸੀ ਉਹਨਾਂ ਦੇ ਨਾਲ, ਸਾਨੂੰ ਬਹੁਤ ਖੁਸ਼ੀ ਹੈ ਕਿ ਉਹ ਦ੍ਰਿੜਤਾ ਦੇ ਨਾਲ ਆਪਣੇ ਸਟੈਂਡ ਤੇ ਸਟੈਂਡ ਰਹੇ। ਉਹਨਾਂ ਨੇ ਸਾਰੇ ਦਿਨ ਮੂਲ ਨਾਨਕਸ਼ਾਹੀ ਕੈਲੰਡਰ 2003 ਮੁਤਾਬਿਕ ਹੀ ਚਲਾਏ ਐਂਡ ਵੀ ਆਰ ਰੀਅਲੀ ਹੈਪੀ ਐਂਡ ਵੀ ਅਪਰੀਸ਼ੀਏਟ ਕਿ ਤੁਸੀਂ ਜੱਥਾ ਲੈ ਕੇ ਗਏ, ਤੁਸੀਂ ਉਹਨਾਂ ਦੀ ਮਦਦ ਕੀਤੀ, ਤੁਸੀਂ ਐਕਚੁਅਲੀ ਉਹਨਾਂ ਨੂੰ ਸਪੋਰਟ ਕੀਤਾ। ਈਵਨ ਦੋ ਕਿ ਸਾਡੇ ਆਪਣੇ ਪੰਜਾਬ ਦੇ ਤਖਤ ਆਪਣੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਜਥੇਬੰਦੀ ਹੈ, ਸਿੱਖਾਂ ਜਥੇਬੰਦੀ, ਉਹਨਾਂ ਨੇ ਉਹਨਾਂ ਨੂੰ ਸਪੋਰਟ ਨਹੀਂ ਕੀਤਾ। ਐਂਡ ਇਸ ਦੌਰਾਨ ਮੈਂ ਇਹ ਵੀ ਕਹਿਣਾ ਚਾਹਾਂਗੀ, ਜਿਸ ਤਰ੍ਹਾਂ ਅਕਤੂਬਰ ਤੱਕ ਤੁਸੀਂ ਉਹਨੂੰ ਸਮਾਂ ਦਿੱਤਾ ਹੋਇਆ, ਉਸ ਤੋਂ ਬਾਅਦ ਸਾਰੀਆਂ ਸਿੱਖ ਸੰਗਤਾਂ ਵੀ ਤੁਹਾਡੇ ਨਾਲ ਨੇ। TV 84 ਦੇ ਮਾਧਿਅਮ ਨਾਲ ਜੋ ਵੀ ਦੇਖ ਰਹੀਆਂ ਨੇ, ਵੀ ਆਰ ਰਾਈਟ ਬਿਹਾਈਂਡ ਯੂ। ਜੋ ਤੁਸੀਂ ਫੈਸਲਾ ਲਓਗੇ ਉਸ ਤੋਂ ਬਾਅਦ ਵੀ ਵਿਲ ਟੇਕ ਕੇਅਰ ਆਫ ਦੈਟ ਵਿਦ ਯੂ। ਐਂਡ ਇਸ ਦੇ ਨਾਲ ਵੀਰ ਜੀ, ਅਸੀਂ ਇਹ ਵੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਮੀਡੀਆ ਵਿੱਚ ਇਹ ਖਬਰਾਂ ਆਈਆਂ ਨੇ ਕਿ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਨਾਲ ਇੱਕ ਬੰਦ ਕਮਰਾ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦੇ ਵਿੱਚ ਕੀ ਡਿਸਕਸ ਹੋਇਆ? ਕੈਨ ਯੂ ਸ਼ੇਅਰ ਦੈਟ ਵਿਦ ਸਾਡੇ ਦਰਸ਼ਕਾਂ ਨਾਲ? ਤੁਸੀਂ ਇਹ ਵੀ ਸ਼ੇਅਰ ਕਰ ਸਕਦੇ ਹੋ। ਦੇਖੋ, ਸਭ ਤੋਂ ਪਹਿਲਾਂ ਤਾਂ ਜਿਹੜਾ ਗੁਰਪੁਰਬ 16 ਜੂਨ ਨੂੰ ਮਨਾਇਆ ਗਿਆ ਨਾ ਜੀ, ਇਸ ਦੇ ਵਿੱਚ ਅਸੀਂ ਤਾਂ ਦ੍ਰਿੜਤਾ ਨਾਲ ਅਸੀਂ ਸਟੈਂਡ ਨਹੀਂ ਕੀਤਾ। ਅਸੀਂ ਧੰਨਵਾਦੀਆਂ ਕਿ ਪਾਕਿਸਤਾਨ ਅਕਾਫ ਬੋਰਡ ਦੇ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੇ ਦ੍ਰਿੜਤਾ ਨਾਲ ਕਹਿਤਾ ਕਿ ਅਸੀਂ ਤੇ ਉਸੇ ਟਰਾਈ ਮਨਾਵਾਂਗੇ। ਹਾਂਜੀ, ਇਹ ਤੁਹਾਡਾ ਧਾਰਮਿਕ ਮਸਲਾ ਹੈ ਔਰ ਤੁਸੀਂ ਇਕੱਠੇ ਬੈਠ ਕੇ ਇਸ ਨੂੰ ਫੈਸਲਾ ਕਰੋ ਜੀ। ਪਰ ਇਹਦੇ 'ਚ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਵਾਂ ਕਿ ਅਮਰੀਕਾ ਤੋਂ ਡਾਕਟਰ ਪ੍ਰਿਤਪਾਲ ਸਿੰਘ ਔਰ ਲੰਡਨ ਤੋਂ ਉਹਦਾ ਨਾਮ ਕੀ ਭਾਈ ਜੋਗਾ ਸਿੰਘ ਸਿੰਘੜਾ ਸਾਹਿਬ, ਇਹਨਾਂ ਉੱਤੇ ਹੋਰ ਜਿਹੜੀਆਂ ਸ਼ਖਸੀਅਤਾਂ ਸਨ, ਡਾਕਟਰ ਸਰਦਾਰ ਮਨਮੋਹਨ ਸਿੰਘ ਸੀ, ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਔਰ ਉਹਨਾਂ ਦੀ ਰਾਖ ਰਖਾਈ ਨਾਲ ਇਹ ਕੰਮ ਹੋਇਆ ਹੈ। ਹਾਂਜੀ, ਇਸ ਦੇ ਬਗੈਰ ਨਹੀਂ ਤੇ ਸ਼ਾਇਦ ਮੁਸ਼ਕਲ ਹੁੰਦਾ ਇਹ ਕੰਮ ਜੀ। ਜਿੱਥੋਂ ਤੱਕ ਜਥੇਦਾਰ ਸਾਹਿਬ ਨਾਲ ਮੀਟਿੰਗ ਜਿਹੜੀ ਗੱਲ ਸੀ ਉਹ ਸੀ, ਮੈਂ ਜਦ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਜੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਜਥੇਦਾਰ ਸਾਹਿਬ ਉੱਤੇ ਹੀ ਬੈਠੇ ਹੋਏ ਨੇ। ਹਾਂਜੀ, ਤੇ ਫਿਰ ਮੈਂ ਉਹਨਾਂ ਨੂੰ ਟੈਲੀਫੋਨ ਕੀਤੀ, ਮੈਂ ਕਿਹਾ ਜੀ ਮੈਂ ਆਇਆ ਵਾਂ ਤੇ ਤੁਹਾਨੂੰ ਮਿਲਣਾ ਚਾਹੁੰਦਾ ਜੀ। ਤੇ ਕਹਿਣਗੇ ਆ ਜਾਓ, ਬੈਠੇ ਹੋਏ ਆ, ਮੈਂ ਇੱਥੇ ਹੀ ਬੈਠਾ ਹੋਇਆ ਵਾ। ਹਾਂਜੀ, ਤੇ ਮੈਂ ਫਿਰ ਉਹਨਾਂ ਦੇ ਦਰਸ਼ਨ ਕਰਨ ਚਲਾ ਗਿਆ ਸੀ ਜੀ। ਹਾਲਾਂ ਮੈਂ ਗੱਲ ਪਹਿਲੀ ਵਾਰ ਤੁਹਾਨੂੰ ਦੱਸਣ ਲੱਗਾ, ਮੈਂ ਕਿਹਾ ਵੀ ਪਰ ਦੱਸੇ ਹੀ ਨਹੀਂ। ਹਾਂਜੀ, ਉਹ ਮੈਂ ਉੱਥੇ ਪਹਿਲੇ ਉਹਨਾਂ ਨੂੰ ਕਿਹਾ ਜੀ ਇਸ ਤਰ੍ਹਾਂ ਤੋਂ ਗੁਰਦੁਆਰਾ ਡੇਰਾ ਸਾਹਿਬ ਦੀ ਜਿਹੜੀ ਸੇਵਾ ਉਹ ਮਿਲੀ ਹੈ ਜੀ, ਤੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ। ਦੂਸਰਾ ਮੈਂ ਉਹਨਾਂ ਨੂੰ ਕਿਹਾ ਵੀ ਇਹ ਸੇਵਾ ਆਰੰਭ ਕਰਨ ਵਕਤ ਅਸੀਂ ਸਾਡੀ ਖਾਸ਼ ਹੈਗੀ ਕਿ ਉਹ ਸਾਡੀ ਬੇਨਤੀ ਹੈ ਕਿ ਤੁਸੀਂ ਉਹਦੇ ਵਿੱਚ ਆਪ ਉੱਥੇ ਜਾ ਕੇ ਜਿਹੜਾ ਟਕਰਾਰ ਦੀ ਸੇਵਾ ਉਹਦੇ ਵਿੱਚ ਤੁਸੀਂ ਸ਼ਾਮਲ ਹੋਵੋ ਜੀ। ਤੇ ਇਹ ਹਾਂਜੀ ਜੀ, ਉਹ ਫਿਰ ਉਹਨਾਂ ਨੇ ਕਿਹਾ ਵੀ ਚਲੋ ਮੈਂ ਤੁਹਾਨੂੰ ਵਿਚਾਰ ਕਰਕੇ ਦੱਸਾਂਗਾ ਜੀ। ਮੈਂ ਕਿਹਾ ਜੀ ਇਹ ਤੁਹਾਡੀ ਮਰਜ਼ੀ ਹੈ ਕਿ ਵਿਚਾਰ ਕਰਕੇ ਦੱਸੋ, ਪਰ ਮੇਰੀ ਬੇਨਤੀ ਹੈ ਵੀ ਤੁਹਾਨੂੰ ਇਹ ਉੱਥੇ ਜਾਣ ਵਿੱਚ ਤੁਹਾਡਾ ਮਾਣ ਸਤਿਕਾਰ ਵੀ ਵਧੇਗਾ ਔਰ ਸੰਗਤਾਂ ਨੂੰ ਖੁਸ਼ੀ ਵੀ ਹੋਏਗੀ। ਹਾਂਜੀ, ਦੂਸਰੀ ਮੈਂ ਉਹਨਾਂ ਨੇ ਬੇਨਤੀ ਕੀਤੀ ਕਿ ਇਹ ਜਿਹੜੀ ਦੁਬਿਧਾ ਹੈਗੀ ਨਾਨਕਸ਼ਾਹੀ ਕੈਲੰਡਰ ਦੀ, ਹਾਂਜੀ, ਇਹ ਤੁਹਾਨੂੰ ਖਤਮ ਕਰਨੀ ਚਾਹੀਦੀ ਹੈ ਜੀ। ਮੈਂ ਕਿਹਾ ਜੀ ਇਹ ਜਿਹੜੀ 6 ਜੂਨ ਨੂੰ ਜਿਹੜਾ ਇੱਥੇ ਇਸ ਮਹਾਨ ਸਥਾਨ ਦੇ ਉੱਤੇ ਜੋ ਦੰਗਾ ਫਸਾਦ ਹੋਇਆ, ਜੋ ਮਾਰਕੁੱਟ ਹੋਈ ਹੈ ਸਿੱਖਾਂ ਦੀ ਆਪਸ, ਇਹਦਾ ਜਿਹੜਾ ਹੈਗਾ ਇਹ ਠੀਕ ਨਹੀਂ ਹੋਇਆ। ਹਾਂਜੀ, ਮੈਂ ਕਿਹਾ ਵਿਸਤਾਰ ਤੁਹਾਨੂੰ ਵੀ ਪਤਾ, ਵਿਸਤਾਰ ਸਾਨੂੰ ਵੀ ਪਤਾ ਹੈਗਾ। ਜਿਹੜੀ ਗੱਲ ਸ਼ੁਰੂ ਹੋਈ ਸੀ ਨਾਨਕਸ਼ਾਹੀ ਕੈਲੰਡਰ ਤੋਂ ਹੀ ਸ਼ੁਰੂ ਹੋਈ ਸੀ, ਉੱਥੋਂ ਵੱਧ ਗਈ ਜੀ। ਚਲੋ ਇਹ ਹੁਣ ਤੁਹਾਡਾ ਬੈਠਾ ਕਮੇਟੀ ਬੈਠੀ ਆਪੇ ਫੈਸਲਾ ਕਰੇਗੀ। ਹਾਂਜੀ, ਪਰ ਮੈਂ ਸਮਝਦਾ ਵਾਂ ਕਿ ਜਿਹੜੀ ਜੜ ਸੀ ਇਹ ਨਾਨਕਸ਼ਾਹੀ ਕੈਲੰਡਰ ਦੀ ਸੀ, ਇਹਨੂੰ ਤੁਹਾਨੂੰ ਇਸ ਵਾਦ ਨੂੰ ਹਮੇਸ਼ਾ ਲਈ ਹੱਲ ਕਰਨਾ ਚਾਹੀਦਾ ਹੈ ਜੀ। ਔਰ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਆ ਕੇ ਇਸ ਮਸਲੇ ਨੂੰ ਹੱਲ ਕਰੋ। ਇਹਦੇ ਨਾਲ ਦੁਬਿਧਾ ਜਿਹੜੀ ਵੱਧਦੀ ਜਾਵੇ ਤੇ ਠੀਕ ਨਹੀਂ ਹੈਗੀ ਕਿਸੇ ਕੌਮ ਵਾਸਤੇ। ਔਰ ਬੜੀ ਨਮੋਸ਼ੀ ਹੋਈ, ਅਸੀਂ ਪਾਕਿਸਤਾਨ ਗਏ, ਸਾਨੂੰ ਉਹਨਾਂ ਨੇ ਇੰਗਲਿਸ਼ ਦੀਆਂ ਅਖਬਾਰਾਂ ਕੱਢ ਕੇ ਦਿਖਾਤੀਆਂ, ਕਹਿੰਦੇ ਜੀ ਇਹ ਦੇਖੋ ਜੀ ਇਹ ਤੁਹਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਸਿੱਖ ਕਿਵੇਂ ਲੜ ਰਹੇ ਨੇ। ਹਾਂਜੀ, ਜਿਹਨਾਂ ਬੰਦਿਆਂ ਨੂੰ ਅਸੀਂ ਮਿਲਣ ਗਿਆ 2-4 ਬੰਦੇ ਵਾਕਫਕਾਰ ਸਨ, ਉਹਨਾਂ ਨੇ 2-2 ਅਖਬਾਰਾਂ ਸਾਡੇ ਸਾਹਮਣੇ ਰੱਖਦੀਆਂ। ਮੈਂ ਕਿਹਾ ਬੜੀ ਸ਼ਰਮ ਨਾਲ ਸਿਰ ਝੁਕ ਰਿਹਾ ਸੀ ਉਸ ਵਕਤ, ਵੇਖੀ ਗਈ ਹੈ ਕੀ ਹੋ ਰਿਹਾ ਜੀ। ਮੈਂ ਤੇ ਸੁਣੋ ਵੀ ਮੇਨ ਜਿਹੜਾ ਮੇਰੀ ਉਹਨਾਂ ਦਾ ਮਿਲਣ ਦਾ ਮਕਸਦ ਸੀ, ਉਹ ਉਹਨਾਂ ਨੂੰ ਗੁਰਦੁਆਰਾ ਡੇਰਾ ਸਾਹਿਬ ਦੇ ਆਰੰਭਤਾ ਦੇ ਵਕਤ ਉਹਨਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਕਰਨੀ, ਔਰ ਦੂਸਰਾ ਨਾਨਕਸ਼ਾਹੀ ਕੈਲੰਡਰ ਦੇ ਬਾਰੇ ਉਹਨਾਂ ਨੂੰ ਕਹਿਣਾ ਵੀ ਇਹਦੇ ਬਾਰੇ ਦੁਬਿਧਾ ਨੂੰ ਖਤਮ ਕਰਕੇ ਇਹਨੂੰ ਵਿੱਚ ਆਪਣਾ ਦੁਬਾਰਾ ਸੰਤਾਂ ਦਾ ਇਕੱਠ ਬਣਾ ਲਓ, ਬੁੱਧੀਜੀਵੀ ਬਣਾ ਲਓ।
ਇਹ ਬੇਨਤੀ ਕੀਤੀ ਹੈ ਜੀ। ਤੇ ਵੀਰ ਜੀ ਸਾਡੇ ਕੋਲ 2 ਮਿੰਟ ਰਹਿ ਗਏ ਨੇ, ਐਦੀਆਂ ਅਸੀਂ ਜਾਣਨਾ ਚਾਹਾਂਗੇ ਜਿਸ ਤੋਂ ਤੁਸੀਂ ਇਹ ਬੇਨਤੀ ਕੀਤੀ ਜਾਂ ਫਿਰ ਤੁਸੀਂ ਆਪਣੇ ਵਿਚਾਰਾਂ ਨਾਲ ਸਾਂਝੇ ਕੀਤੇ, ਉਹਨਾਂ ਨੇ ਅੱਗੇ ਜਵਾਬ ਕੀ ਦਿੱਤਾ ਦੋਨਾਂ ਮੁੱਦਿਆਂ ਦੇ ਉੱਪਰ? ਦੇਖੋ ਜੀ, ਜਵਾਬ ਤੇ ਉਹਨਾਂ ਦਾ ਬਿਲਕੁਲ ਠੀਕ ਸੀ ਜੀ। ਜਵਾਬ ਉਹਨਾਂ ਨੇ ਕਿਹਾ ਸੀ ਠੀਕ ਹੈ, ਪਰ ਕੀ ਜਵਾਬ ਸੀ ਉਹਨਾਂ ਨੇ? ਡਿਡ ਹੀ ਲਾਈਕ ਤੁਸੀਂ ਨਾਨਕ ਸ਼ਾਹ ਕਲੰਦਰ ਦੇ ਬਾਰੇ ਗੱਲਬਾਤ ਕੀਤੀ ਕਿ ਉਹਨਾਂ ਨੇ ਕੀ ਸਮਝਿਆ ਇਸ ਦੇ ਬਾਰੇ, ਕਿਉਂਕਿ ਉਹ ਹਜੇ ਵੀ ਨਾਨਕ ਸ਼ਾਹ ਕਲੰਦਰ ਸਟੈਂਡ ਤਾਂ ਕਰਦੇ ਨੇ। ਸਿੱਧੀ ਗੱਲ ਹੈ ਕਿ ਇੱਕੋ ਲਾਈਨ ਕਿਹਾ ਉਹਨਾਂ ਨੇ, ਕਿਹਾ ਜੀ ਇਹ ਜਿਹੜੀ ਦੁਬਦਾ ਹੈਗਾ ਅਸੀਂ ਨੂੰ ਖਤਮ ਕਰਾਂਗੇ। ਜੀ ਜੀ। ਤੇ ਵੀਰ ਜੀ ਹੁਣ ਅਸੀਂ ਅਗਲੇ ਸਵਾਲ ਵੱਲ ਜਾਂਦੇ ਹਾਂ। ਕਰਾਂਗੇ ਉਹ ਜੇ ਡੇਰਾ ਸਾਹਿਬ ਜਾਣ ਦੀ ਗੱਲ ਸੀ, ਉਹ ਕਹਿਣਗੇ ਤੁਸੀਂ ਮੈਨੂੰ ਚਿੱਠੀ ਲਿਖ ਕੇ ਭੇਜੋ, ਮੈਂ ਬਿਲਕੁਲ ਠੀਕ ਵਿਚਾਰ ਕਰਾਂਗਾ। ਜੀ ਜੀ। ਹਾਂਜੀ, ਇਹ ਦੋਨੋਂ ਗੱਲਾਂ ਦਾ ਬਿਲਕੁਲ ਸਿਆਰੀ ਬਿਹਾਰੀ ਤੱਕ ਜਵਾਬ ਹੈ ਜੀ। ਤੇ ਵੀਰ ਜੀ ਐਕਚੁਅਲੀ ਸਾਡਾ ਵਕਤ ਹੁਣ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਆਪਣੀ ਮੀਟਿੰਗ ਬਾਰੇ ਵੀ ਵੇਰਵਾ ਦਿੱਤਾ ਜੀ। ਤੇ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक था। Keep watching News TV 84. We'll be right back after a short break.